जी आया नूं प्यारे विद्यार्थियों 10th क्लास दी इंग्लिश दी बुक इंग्लिश मेन कोर्स बुक उसकी पोएम नंबर 5 वेयर द माइंड इज विदाउट फियर। इस पोएम के क्वेश्चनस आंसरस इस वीडियो में करन जा रहे हैं। सो तुसी सारे नोटबुक और पेन लैके इन्हां आंसरस को नोट डाउन कर लो। एक्सप्लेनेशन और ट्रांसलेशन को ध्यान दे नाल सुनो ते बाद विचों इन्हां आंसरस को बिना देखे अपने आप लिखण का अभ्यास जरूर करो। सो शुरू करिए। अगे ਵਧਣ ਤੋਂ ਪਹਿਲੇ मैं ਤੁਹਾਨੂੰ ਹੋਰ ਪਲੇਲਿਸਟਾਂ ਬਾਰੇ ਦੱਸ ਦਵਾਂ। 10th ਇੰਗਲਿਸ਼ ਗ੍ਰਾਮਰ, 10th ਇੰਗਲਿਸ਼ ਲਿਟਰੇਚਰ, 10th ਸਾਇੰਸ, 10th ਮੈਥ, 10th ਮੈਥ ਨੋਟਸ, ਇਹ ਸਾਰੀ ਪਲੇਲਿਸਟਾਂ ਇਸੇ ਚੈਨਲ ਤੇ ਚਟਸਾਲ ਤੇ ਬਣੀਆਂ ਹੋਈਆਂ ਹਨ। ਸੋ ਤੁਸੀਂ ਇਹਨਾਂ ਵਿਸ਼ਿਆਂ ਦੇ ਵੀਡੀਓਜ਼ ਦੇਖ ਕੇ ਵੀ ਆਪਣਾ ਲਾਹਾ ਲੈ ਸਕਦੇ ਹੋ। ਠੀਕ ਹੈ। ਸੋ ਪਹਿਲਾ ਕੁਐਸਚਨ ਹੈ, ਵਟ ਇਜ਼ ਦ ਸੈਂਟਰਲ ਆਈਡੀਆ ਆਫ ਦੀ ਪੋਇਮ, ਅਰਥਾਤ ਇਸ ਪੋਇਮ ਦਾ ਕੇਂਦਰੀ ਭਾਵ ਕੀ ਹੈ। सो जवाब है दी पोएम्स सेंट्रल आइडिया इज दी अर्नेस्ट प्रेयर। प्रेयर मैंने बेनती अरदास, अर्नेस्ट मैंने तरले भरी बहुत रीझ बड़ी। एक प्रेयर है जो इसका केंद्री भाव है बाय दी पोएट कवि द्वारा कहदे वाल अरदास है टू दी ऑल माइटी गॉड, सर्व कला भरपूर वाहिगुरु सर्व कला समर्थ परमात्मा के अगे चरना च कवि की एक अरदास है तरले भरी। कादी अरदास है टू ब्लैस हिज मदरलैंड कि उसके देश नूं उसके देशवासियों नूं वो परमात्मा जिहड़ा ब्लैस करे निवाजे उन्हां ते मेहर भरे हथ रखे। दी पोएट प्रेस जिहड़ा कवि है वो अरदास करता है दैट गॉड मे ब्लैस हिज कंट्रीमैन कि वाहिगुरु करे वो देश वासियों नूं उन्हां ते मेहर भरे हथ रखे उन्हां नूं निवाजे। किहदे नाल विद रीजन, रीजन माने हुंदी विवेक बुद्ध, मतलब कि सच और झूठ की परख, विचारवान विचारशील बनावे। फिर नाल की करे डिज़ायर फॉर प्रोग्रेस ते उन्हां दे देशवासियों दे विच तरक्की करन दी एक जज्बा जागे, एक इच्छा जागे कि असीं अगे वधना है। एंड फ्रीडम फ्रॉम इनएक्टिविटी अते आज़ादी मिले इनएक्टिविटी तो, जड़ता तो, मतलब कि उदासी तो आलस तो आज़ादी मिले। एंड सुपरस्टिशन ਅਤੇ ਵਹਿਮਾਂ ਭਰਮਾਂ ਤੋਂ ਜੋ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ ਰਹੇ ਨੇ, ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ, ਕੋਈ ਰਿਵਾਜ, ਕੋਈ ਗਲਤ ਧਾਰਨਾਵਾਂ ਨੇ, ਡੋਗਮਾ ਜਿਹਨੂੰ ਕਹਿੰਦੇ ਆ, ਸੁਪਰਸਟੀਸ਼ਨ ਵਹਿਮ ਭਰਮ ਨੇ, ਅੰਧ ਵਿਸ਼ਵਾਸ ਨੇ, ਉਹਨਾਂ ਤੋਂ ਛੁਟਕਾਰਾ ਮਿਲੇ। ਹੀ ਆਲਸੋ ਪ੍ਰੇਜ਼ ਫॉर ਇਕੁਐਲਿਟੀ ਅਤੇ ਉਹ ਬਰਾਬਰਤਾ ਲਈ ਵੀ ਅਰਦਾਸ ਕਰਦਾ ਹੈ ਕਿ ਨੌਲੇਜ ਸਾਰਿਆਂ ਲਈ ਫ੍ਰੀ ਹੋਵੇ, ਟਰੁੱਥ ਜਿਹੜਾ ਹੈ ਉਹ 'ਤੇ ਕੋਈ ਰੋਕ ਟੋਕ ਨਾ ਹੋਵੇ, ਹਰ ਕੋਈ ਸੱਚ ਦੀ ਭਾਲ ਕਰ ਸਕੇ, ਹਰ ਕੋਈ ਗਿਆਨ ਪ੍ਰਾਪਤ ਕਰ ਸਕੇ। ਸੋ ਹੀ ਆਲਸੋ ਪ੍ਰੇਜ਼ ਫॉर ਇਕੁਐਲਿਟੀ ਵੀ ਜਿਹੜੀਆਂ ਮਨੁੱਖ ਨਾਲ ਵੰਡਾਂ ਬਣੀਆਂ ਹੋਈਆਂ ਨੇ ਜਾਤ ਪਾਤ ਦੇ ਨਾਲ ਹਿਸਾਬ ਦੇ ਨਾਲ ਉਹ ਖਤਮ ਹੋਣ। ਐਂਡ ਫ੍ਰੀ ਐਕਸੈਸ ਟੂ ਨੌਲੇਜ ਅਰਥਾਤ ਖੁੱਲ੍ਹਾ ਜਿਹੜੀ ਪਹੁੰਚ ਹੈਗੀ ਹੈ ਨੌਲੇਜ ਵਾਸਤੇ ਐਂਡ ਟਰੁੱਥ ਵਾਸਤੇ ਫॉर ਹਿਜ਼ ਫੈਲੋ ਸਿਟੀਜ਼ਨਸ ਜਿਹੜੇ ਉਹਦੇ ਹਮਸ਼ਹਿਰੀ ਨੇ, ਉਹਦੇ ਵਤਨ ਦੇ ਵਾਸੀ ਨੇ, ਦੇਸ਼ ਦੇ ਵਾਸੀ ਨੇ, ਉਹਨਾਂ ਲਈ ਖੁੱਲ੍ਹੀ ਛੂਟ ਹੋਵੇ ਕਿ ਉਹ ਗਿਆਨ ਪ੍ਰਾਪਤ ਕਰ ਸਕਣ ਅਤੇ ਸੱਚ ਦੀ ਭਾਲ ਕਰ ਸਕਣ। ਇਹ ਹੈਗਾ कविता का केंद्री भाव। क्वेश्चन नंबर 2, राइट अ समरी ऑफ द पोएम अर्थात पोएम का सारांश, पोएम का निचोड़ लिखो, कविता का निचोड़ लिखो। सो इदा द पोएट प्रेज टू गॉड टू ब्लैस हिज कंट्री विद वर्च्यूज एंड फ्रीड फ्रॉम वाइसिस। वर्च्यू होंदे ने गुण ते वाइसिस होंदे ने औगण। जिहड़ा कवि है वो रब अगे अरदास करता है कि वो कंट्री ते ਉਹਦੇ ਦੇਸ਼ ਦੇ ਉੱਤੇ, ਕਵੀ ਦੇ ਦੇਸ਼ ਦੇ ਉੱਤੇ ਪਰਮਾਤਮਾ ਕਿਰਪਾ ਕਰੇ ਅਤੇ ਨਿਵਾਜੇ ਕਿਹਦੇ ਨਾਲ, ਗੁਣਾਂ ਦੇ ਨਾਲ ਨਿਵਾਜੇ, ਗੁਣਾਂ ਦੇ ਨਾਲ ਉਹਨਾਂ ਨੂੰ ਸਰਸ਼ਾਰ ਕਰ ਦੇਵੇ, ਭਰ ਦੇਵੇ ਅਤੇ ਫਰੀਡ ਫਰੋਮ ਵਾਈਸਿਸ ਅਤੇ ਇਸ ਦੇਸ਼ ਨੂੰ ਔਗਣਾਂ ਤੋਂ, ਭੈੜੀਆਂ ਵਾਦੀਆਂ ਤੋਂ ਮੁਕਤ ਕਰ ਦੇਵੇ। ਹੀ ਡਿਜ਼ਾਇਰਸ ਹਿਜ਼ ਕੰਟਰੀ ਟੂ ਬੀ ਫਰੀ ਆਫ ਮੈਨ ਮੇਡ ਡਿਵੀਜ਼ਨਸ। ਜਿਹੜਾ ਕਵੀ ਹੈ ਉਹ ਇਸ ਗੱਲ ਦੀ ਇੱਛਾ ਕਰਦਾ ਹੈ, ਇਸ ਗੱਲ ਦੀ ਤਾਂਘ ਕਰਦਾ ਹੈ ਕਿ ਉਹਦਾ ਦੇਸ਼ ਜਿਹੜਾ ਹੈ ਮਨੁੱਖ ਦੀਆਂ ਬਣਾਈਆਂ ਹੋਈਆਂ ਵੰਡਾਂ ਤੋਂ ਮੁਕਤ ਹੋ ਜਾਏ, ਫ੍ਰੀ ਹੋ ਜਾਏ। ਖਾਸ ਤੌਰ 'ਤੇ ਸਾਡੇ ਦੇਸ਼ ਵਿੱਚ ਜਾਤ ਪਾਤ ਦੀ ਬਹੁਤ ਸਦੀਆਂ ਪੁਰਾਣੀ ਧਾਰਮਿਕ ਗ੍ਰੰਥਾਂ ਵਿੱਚ ਦਰਜ ਕੀਤੀ ਹੋਈ, ਇਹਨੂੰ ਪ੍ਰਵਾਨਿਤ ਕੀਤਾ ਹੋਇਆ ਵੀ ਜਨਮ ਦੇ ਨਾਲ ਮਨੁੱਖ ਉੱਚਾ ਹੁੰਦਾ ਅਤੇ ਜਨਮ ਦੇ ਨਾਲ ਮਨੁੱਖ ਨੀਵਾਂ ਹੁੰਦਾ। ਸੋ ਜਿਹੜੀ ਮੈਨ ਮੇਡ ਡਿਵੀਜ਼ਨਸ ਹੈਗੀਆਂ ਨੇ, ਜਿਹੜੀਆਂ ਵੰਡਾਂ ਨੇ, ਇਹਨਾਂ ਤੋਂ ਮੁਕਤ ਹੋ ਜਾਏ। ਡਿਸਕ੍ਰਿਮੀਨੇਸ਼ਨ ਵਿਤਕਰਾ ਕਿ ਜਾਤ ਪਾਤ ਕਰਕੇ ਵੀ ਵਿਤਕਰਾ ਵੀ ਹੈਗਾ। ਨੈਰੋ ਮਾਈਂਡਡਨੈਸ ਸੌੜੀ ਸੋਚ, ਜਿਹ 'ਚ ਸਾਰੀ ਮਨੁੱਖਤਾ ਨੂੰ मतलब कि एक करके नहीं देखा जाता, उच्चा नीवा करके देखा जाता है। मेर तेर की भावना हैगी है। नैरो माइंडडनैस, नैरो माइंडड का मतलब सौड़ी सोच।
ਡੋਗਮਾ ਮੈਨੇ ਵੀ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਗੱਲਾਂ ਜਿਹੜੀਆਂ ਨੇ, ਜਿਨ੍ਹਾਂ ਦੇ ਬਾਰੇ ਕੋਈ ਵਿਚਾਰ ਨਹੀਂ ਕਰਨਾ, ਸੋਚਣਾ ਨਹੀਂ ਕਿ ਇਹ ਕਿਉਂ ਕਰਦੇ ਪਏ ਆ। ਸੋ ਲਕੀਰ ਦੇ ਫਕੀਰ ਵਾਂਗੂ ਕੰਮ ਕਰੀ ਜਾਣਾ, ਕੱਟੜਵਾਦ ਜਿੱਦਾਂ ਕਹਿ ਸਕਦੇ ਹਾਂ, ਡੋਗਮਾ, ਫੀਅਰ, ਡਰ ਐਂਡ ਲੇਜ਼ੀਨੈਸ ਅਤੇ ਆਲਸ। ਹੀ ਆਲਸੋ ਪ੍ਰੇਜ਼ ਫॉर ਦੀ ਬਲੈਸਿੰਗਸ ਆਫ ਐਕਸ਼ਨ। ਜਿਹੜਾ ਕਵੀ ਹੈ ਉਹ ਉਹਨਾਂ ਦਾਤਾਂ ਲਈ ਵੀ, ਉਹ ਵਾਲੀ ਦਾਤਾਂ ਲਈ ਵੀ ਅਰਦਾਸ ਕਰਦਾ ਹੈ ਕਿ ਐਕਸ਼ਨ, ਉਦਮ, ਕਿ ਸਾਡੇ ਦੇਸ਼ ਵਾਸੀ ਉਦਮੀ ਬਣਨ, ਅੱਗੇ ਵਧਣ। ਡਿਜ਼ਾਇਰ ਫॉर ਪਰਫੈਕਸ਼ਨ, ਤੇ ਸੰਪੂਰਨਤਾ ਲਈ ਉਹਨਾਂ ਦੇ ਮਨ ਵਿੱਚ ਇੱਛਾ ਜਾਗੇ। ਰੀਜ਼ਨ, ਵਿਵੇਕ ਬੁੱਧੀ। ਸੈਲਫ ਰਿਸਪੈਕਟ, ਸਵੈ ਮਾਣ, ਡਿਗਨਿਟੀ। ਐਂਡ ਅਨਹਿੰਡਰਡ ਐਕਸੈਸ ਟੂ ਨੌਲੇਜ ਐਂਡ ਟਰੁੱਥ, ਤੇ ਬਿਨਾਂ ਰੋਕ ਟੋਕ ਤੇ ਜਿਹੜੀ ਗਿਆਨ ਹੈ ਪ੍ਰਾਪਤ ਕਰਨੀ ਜਾਂ ਸੱਚ ਦੀ ਭਾਲ ਵਾਸਤੇ ਕਿਸੇ ਕਿਸਮ ਦੀ ਰੋਕ ਟੋਕ ਨਾ ਹੋਵੇ। ਹਰ ਮਨੁੱਖ ਨੂੰ ਇਹ ਹੱਕ ਹੋਵੇ ਕਿ ਉਹ ਪੜ੍ਹ ਲਿਖ ਸਕੇ, ਖੋਜ ਕਰ ਸਕੇ, ਤੇ ਜਿਹੜੀਆਂ ਬਣੀਆਂ ਹੋਈਆਂ ਗੱਲਾਂ ਨੇ ਉਹਨਾਂ ਤੇ ਸਵਾਲ ਉਠਾ ਸਕੇ, ਠੀਕ ਹੈ, ਤੇ ਸੱਚ ਦੀ ਭਾਲ ਕਰ ਸਕੇ। ਕੁਐਸਚਨ ਨੰਬਰ 3, what is the meaning of the line where knowledge is free? ਹੁਣ ਬੱਚਿਓ ਇਹ ਕਵਿਤਾ ਦੇ ਵਿੱਚ ਲਾਈਨ ਆਈ ਹੈ where knowledge is free, ਅਰਥਾਤ ਜਿੱਥੇ ਗਿਆਨ ਮੁਕਤ ਹੈ। ਸੋ what is the meaning of this line? ਕਹਿੰਦੇ ਤਾਂ ਮੀਨਿੰਗ ਕੀ ਹੈ। ਹੁਣ ਬੱਚੇ ਨੂੰ ਅਸੀਂ ਆਪਣੇ ਸ਼ਬਦਾਂ ਵਿੱਚ ਲਿਖਣਾ ਹੈ। ਕਵੀ ਨੇ ਇਸ਼ਾਰੇ ਮਾਤਰ ਗੱਲ ਕੀਤੀ ਹੈ, ਪਰ ਸਾਨੂੰ ਥੋੜ੍ਹਾ ਬਹੁਤ ਕਵਿਤਾ ਪੜ੍ਹ ਕੇ ਪਤਾ ਲੱਗਦਾ ਹੈ, ਤੇ ਅਸੀਂ ਆਪਣੇ ਵਿਚਾਰ 'ਚ ਲਿਖਾਂਗੇ, ਆਪਣੀ ਗੱਲ ਅਸੀਂ ਜੋੜ ਕੇ ਵੀ ਲਿਖਾਂਗੇ ਇਹ 'ਚ। The meaning of the line where knowledge is free is that knowledge should not be the privilege. privilege ਹੁੰਦੀ ਹੈ ਕਿ ਮੋਨੋਪੋਲੀ ਜਾਂ ਸਹੂਲਤ of the rich, ਅਰਥਾਤ ਜਿਹੜੀ ਨੌਲੇਜ ਹੈ ਉਹ ਇਕੱਲੇ ਅਮੀਰਾਂ ਦੀ ਜਾਗੀਰ ਨਹੀਂ ਹੋਣੀ ਚਾਹੀਦੀ, ਇਕੱਲੇ ਅਮੀਰਾਂ ਦੀ ਪਹੁੰਚ ਵਿੱਚ ਨਹੀਂ ਹੋਣੀ ਚਾਹੀਦੀ ਵੀ ਮਹਿੰਗੇ ਮਹਿੰਗੇ ਸਕੂਲ ਬਣਾ ਦਿਓ, ਮਹਿੰਗੀਆਂ ਯੂਨੀਫਾਰਮਾਂ। ਸਾਨੂੰ ਪਤਾ ਬੱਚੋ ਜਿਹੜੇ ਪ੍ਰਾਈਵੇਟ ਸਕੂਲ ਬਣੇ ਹੋਏ ਨੇ, ਯੂਨੀਫਾਰਮ ਦੇ ਨਾਮ 'ਤੇ, ਕਿਤਾਬਾਂ ਦੇ ਨਾਮ 'ਤੇ, ਫੀਸਾਂ ਦੇ ਨਾਮ 'ਤੇ, ਟੂਰ ਦੇ ਨਾਮ 'ਤੇ ਅੰਨੀ ਲੁੱਟ ਹੁੰਦੀ ਹੈ, ਤੇ ਸਾਰਿਆਂ ਵਿੱਚ ਸਰਕਾਰ ਅੱਖਾਂ ਮੀਟ ਕੇ ਬੈਠੀ ਰਹਿੰਦੀ ਹੈ, ਤੇ ਉਹਨਾਂ ਦੀ ਪਰਵਾਹ ਨਹੀਂ ਹੈਗੀ ਹੈ। ਹਰ ਸਾਲ ਕਿਤਾਬ ਦਾ ਰੰਗ, ਕਵਰ ਦਾ ਰੰਗ, ਚੈਪਟਰ ਅੱਗੇ ਪਿੱਛੇ ਕਰਕੇ ਬਦਲ ਦਿੱਤੇ ਜਾਂਦੇ ਨੇ। ਉਹਨਾਂ ਦੇ 50% ਕਮਿਸ਼ਨ ਕਮਿਸ਼ਨਾਂ ਜਿਹੜੀਆਂ ਨੇ ਉਹ ਸਕੂਲ ਵਾਲੇ ਖਾਂਦੇ ਨੇ। ਅਰਥਾਤ MRP, ਮੈਕਸਿਮਮ ਰਿਟੇਲ ਪ੍ਰਾਈਸ, ਜੇ ਕਿਤਾਬ 'ਤੇ 500 ਰੁਪਏ ਲਿਖਿਆ ਤੇ ਉਹ ਕਿਤਾਬ 'ਤੇ 500 ਰੁਪਏ ਦੀ ਸਟੂਡੈਂਟ ਦੇ ਪੱਲੇ ਪਏਗੀ, ਉਹਦੇ ਮਾਪਿਆਂ ਨੂੰ ਖਰਚਣੇ ਪੈਣਗੇ, ਠੀਕ ਹੈ, ਪਰ ਉਹ ਕਿਤਾਬ ਅਸਲ ਵਿੱਚ ਹੁੰਦੀ 200 ਰੁਪਏ ਦੀ, 250 ਰੁਪਏ ਦੀ, ਬਾਕੀ ਪੈਸਾ ਸਕੂਲ ਖਾ ਜਾਂਦਾ। ਫਿਰ ਸਕੂਲ ਵਾਲੇ ਆਪਣੀ ਨੋਟਬੁੱਕਾਂ ਛਪਾ ਲੈਂਦੇ ਨੇ, ਕਹਿੰਦੇ ਤੁਹਾਨੂੰ ਇਹੀ ਨੋਟਬੁੱਕ ਲੈਣੀ ਪਏਗੀ। ਜਿਹੜੀ ਨੋਟਬੁੱਕ ਬਾਜ਼ਾਰ 'ਚ 10 ਰੁਪਏ ਦੀ ਮਿਲਦੀ ਉਹ 25 ਰੁਪਏ ਦੀ ਦਿੰਦੇ ਨੇ। ਫਿਰ ਉਹ ਤੁਹਾਨੂੰ ਬਾਰ-ਬਾਰ ਯੂਨੀਫਾਰਮ ਬਦਲ ਦੇਣਗੇ, ਹਫ਼ਤੇ 'ਚ 2-2 3-3 ਯੂਨੀਫਾਰਮ ਹੋਣਗੀਆਂ, ਉਹ ਤੁਹਾਨੂੰ ਖਰੀਦਣੀ ਪਏਗੀ ਜ਼ਬਰਦਸਤੀ, ਉਹਦੇ ਰੇਟ ਵੀ 5-6 ਗੁਣਾ ਜ਼ਿਆਦਾ ਹੁੰਦੇ ਨੇ। ਸੋ ਇਹ ਇੱਕ ਅਮੀਰ ਬੰਦਾ ਹੀ ਇਹੋ ਮਤਲਬ ਕਿ ਸਕੂਲਾਂ 'ਚ ਜਾ ਸਕਦਾ ਹੈ, ਠੀਕ ਹੈ। ਫਿਰ ਦੂਜੇ ਪਾਸੇ ਸਰਕਾਰ ਕੀ ਕਰਦੀ ਹੈ, ਉਹ ਪ੍ਰਾਈਵੇਟ ਸਕੂਲ ਕਿਉਂਕਿ ਕੋਈ ਮੰਤਰੀਆਂ ਦੇ ਵੀ ਹੁੰਦੇ ਨੇ, ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਦੇ ਹੁੰਦੇ ਨੇ, ਉਹਨਾਂ ਦੀ ਕੋਈ ਕੁੜੀ ਹੋਏਗੀ, ਉਹਦਾ ਕੋਈ ਮੁੰਡਾ ਹੋਏਗਾ, ਉਹਦੇ ਕੋਈ ਰਿਸ਼ਤੇਦਾਰ ਨੇ ਸਕੂਲ ਬਣਾਇਆ ਹੋਏਗਾ, ਜਾਂ ਸਕੂਲ ਵਾਲੇ ਇਹਨਾਂ ਨੂੰ ਪੈਸੇ ਵੀ ਚਾੜ੍ਹਦੇ ਨੇ, ਉਹਨਾਂ ਦੇ ਜਾਣ ਪਛਾਣ ਦੇ ਬੰਦੇ ਹੁੰਦੇ ਨੇ, ਤੇ ਉਹ ਸਰਕਾਰੀ ਸਕੂਲਾਂ 'ਚ ਪੈਸੇ ਖਰਚਦੇ ਨਹੀਂ ਹੈਗੇ। ਸਰਕਾਰੀ ਸਕੂਲ ਦਾ ਜਿਹੜਾ ਸਟੈਂਡਰਡ ਥੱਲੇ ਡੇਗਦੇ ਰਹਿੰਦੇ ਨੇ, ਤਾਂ ਕਿ ਲੋਕੀ ਕਹਿਣ ਜੀ ਸਰਕਾਰੀ ਸਕੂਲ ਤੇ ਬਕਵਾਸ ਹੁੰਦੇ ਨੇ, ਇੱਥੇ ਕੀ ਪੜ੍ਹਨਾ। ਵੀ ਦੁਨੀਆ ਜਿਹੜੀ ਸਾਰੀ ਹੈ ਉਹ ਪ੍ਰਾਈਵੇਟ ਸਕੂਲਾਂ ਵੱਲ ਧੱਕੀ ਜਾਵੇ ਤੇ ਲੁੱਟੀ ਜਾਵੇ। ਸੋ ਸ਼ੁੱਡ ਨਾਟ ਬੀ ਪ੍ਰਿਵਿਲੇਜ ਆਫ ਦਾ ਰਿਚ ਬਟ ਸ਼ੁੱਡ ਬੀ ਅਵੇਲੇਬਲ ਟੂ ਦਾ ਪੂਅਰ ਐਜ਼ ਵੈਲ। ਪਰ ਇਹ ਪੜ੍ਹਾਈ ਜਿਹੜੀ ਹੈ, ਨੌਲੇਜ ਜਿਹੜੀ ਹੈ, ਗਰੀਬ ਆਦਮੀ ਵਾਸਤੇ ਵੀ ਉਪਲਬਧ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਨੇ ਜਿੱਦਾਂ ਕਿ ਅਸੀਂ ਨੀਚਾ ਅੰਦਰ ਨੀਚ ਜਾਤ, ਨੀਚੀ ਹੋਵਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਸੋ ਗੁਰੂ ਸਾਹਿਬ ਨੇ ਸਾਨੂੰ ਨੀਵਿਆਂ ਨੂੰ, ਗਰੀਬਾਂ ਨੂੰ ਗੱਲ ਲਾਉਣ ਲਈ ਕਿਹਾ, ਤੇ ਸਾਡੇ ਪੰਜਾਬ ਵਿੱਚ ਹੀ ਦੇਖੋ ਕੀ ਹਾਲ ਹੋ ਰਿਹਾ। ਜਿਹੜੇ ਪੰਜਾਬ ਬਾਰੇ ਅਸੀਂ ਕਹਿੰਦੇ ਹਾਂ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਉੱਥੇ ਮਤਲਬ ਕਿ ਖੁੰਬਾਂ ਵਾਂਗੂ ਜਿਹੜੇ ਨੇ ਪ੍ਰਾਈਵੇਟ ਸਕੂਲ ਉਹ ਫੈਲੇ ਹੋਏ ਨੇ, ਠੀਕ ਹੈ। ਸੋ ਇਟ ਇਜ਼ ਪੋਸੀਬਲ, ਪਰ ਇਹ ਕਦੋਂ ਪੋਸੀਬਲ ਹੋਏਗਾ ਕਿ ਗਰੀਬ ਆਦਮੀ ਨੂੰ ਵੀ ਐਜੂਕੇਸ਼ਨ ਮਿਲੇ, ਨੌਲੇਜ ਮਿਲੇ। ਇਟ ਇਜ਼ ਪੋਸੀਬਲ ਓਨਲੀ ਵੈਨ ਦੀ ਗਵਰਨਮੈਂਟ ਰਿਜ਼ਰਵਸ ਐਨਫ ਬਜਟ। ਇਹ ਤਾਂ ਹੀ ਹੋ ਸਕਦਾ ਹੈ ਜਦੋਂ ਸਰਕਾਰ ਰਿਜ਼ਰਵ ਮੈਨੇ ਰਾਖਵਾਂ ਰੱਖੇਗੀ, ਬਜਟ ਮੈਨੇ ਪੈਸਾ, ਜੋ ਸਰਕਾਰ ਦੇ ਖਜ਼ਾਨੇ ਦਾ ਪੈਸਾ ਹੈ ਉਹਨੂੰ ਨਿਯਤ ਕਰਕੇ ਰੱਖੇਗੀ ਕਿ ਇਹ ਪੈਸਾ ਸਿਰਫ ਤੇ ਸਿਰਫ ਸਕੂਲਾਂ ਕਾਲਜਾਂ ਵਾਸਤੇ ਹੈ, ਇਹ ਹੋਰ ਕਿਸੇ ਕੰਮ ਲਈ ਨਹੀਂ ਵਰਤਿਆ ਜਾਏਗਾ। ਸੋ ਰਿਜ਼ਰਵਸ ਐਨਫ ਬਜਟ ਟੂ ਇਨਸ਼ੋਰ ਅ ਕੁਆਲਿਟੀ ਐਜੂਕੇਸ਼ਨ, ਤਾਂ ਕਿ ਇੱਕ ਪਾਏਦਾਰ ਵਿੱਦਿਆ ਜਿਹੜੀ ਹੈ, ਸਟੈਂਡਰਡ ਦੀ, ਇੱਕ ਉੱਚ ਪੱਧਰ ਦੀ ਵਿੱਦਿਆ ਜਿਹੜੀ ਹੈ ਉਹਨੂੰ ਯਕੀਨੀ ਬਣਾਇਆ ਜਾ ਸਕੇ ਫॉर ਆਲ ਦੀ ਸਿਟੀਜ਼ਨਸ, ਸਾਰੇ ਸ਼ਹਿਰੀਆਂ ਵਾਸਤੇ। ਐਂਡ ਸਟਾਪਸ ਦੀ ਸ਼ੇਮਲੈਸ, ਬੇਸ਼ਰਮੀ ਵਾਲਾ ਕਮਰਸ਼ੀਅਲਾਈਜੇਸ਼ਨ, ਵਪਾਰੀਕਰਨ ਆਫ ਲਰਨਿੰਗ ਐਂਡ ਐਜੂਕੇਸ਼ਨ। ਤੇ ਇਹ ਸਿਖਲਾਈ ਅਤੇ ਵਿੱਦਿਆ ਦੇ ਖੇਤਰ ਵਿੱਚ ਜਿਹੜਾ ਬੇਸ਼ਰਮੀ ਵਾਲਾ ਇੱਕ ਵਪਾਰੀਕਰਨ ਹੋ ਚੁੱਕਾ ਹੈ, ਸਰਕਾਰ ਉੱਤੇ ਰੋਕ ਲਾਵੇ ਤੇ ਆਪਣੇ ਖਜ਼ਾਨੇ ਵਿੱਚੋਂ ਬਜਟ ਜਿਹੜਾ ਹੈ ਸਰਕਾਰੀ ਸਕੂਲਾਂ ਲਈ ਰਾਖਵਾਂ ਰੱਖੇ, ਟੀਚਰਾਂ ਦੀ ਭਰਤੀ ਕਰੇ, ਉਹਨਾਂ ਨੂੰ ਤਨਖਾਹਾਂ ਟਾਈਮ ਸਿਰ ਦੇਵੇ। ਸੋ ਤਾਂ ਗੱਲ ਬਣੇਗੀ ਵੇਅਰ ਨੌਲੇਜ ਇਜ਼ ਫਰੀ। ਹੁਣ ਬੱਚਿਓ
ਇਹ ਉਪਦੇਸ਼ ਜਿਹੜਾ ਹੈ ਇਹ ਗੱਲ ਕਿਸੇ ਗੋਰੇ ਨੇ ਤੇ ਨਹੀਂ ਗਈ, ਕਿਸੇ ਬਾਹਰਲੇ ਬੰਦੇ ਨੇ ਨਹੀਂ ਕਿ ਅਸੀਂ ਕਵਾਂਗੇ ਵੀ ਇਹ ਸਾਡੇ ਦੇਸ਼ ਦਖਲਅੰਦਾਜ਼ੀ ਕਰ ਰਿਹਾ। ਇਹ ਗੱਲ ਕਹੀ ਹੈ ਰਵਿੰਦਰਨਾਥ ਟੈਗੋਰ ਨੇ, ਜਿਨ੍ਹਾਂ ਤੇ ਸਾਰੇ ਦੇਸ਼ ਨੂੰ ਮਾਣ ਹੈਗਾ, ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਤੇ ਜਿਨ੍ਹਾਂ ਦੇ ਦਿਨ ਮਨਾਏ ਜਾਂਦੇ ਨੇ। ਸੋ ਇਹ ਗੱਲਾਂ ਦਾ ਫਾਇਦਾ ਤਾਂ ਹੈ ਜੇ ਸਰਕਾਰ ਜਿਹੜੀ ਹੈ ਇਹਨਾਂ ਗੱਲਾਂ ਤੇ ਅਮਲ ਕਰੇ। ਸੋ ਬੱਚੇ ਤੁਹਾਨੂੰ ਵੀ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ, ਕਿਉਂਕਿ ਤੁਸੀਂ ਵੱਡੇ ਹੋ ਕੇ ਫਿਰ ਆਪਣੀ ਆਪਣੀ ਥਾਵਾਂ ਤੇ ਕੋਈ ਕੰਮ ਕਰਨਾ ਹੈ, ਕਿਤੇ ਜਾਣਾ ਹੈ, ਕਿਤੇ ਅਫਸਰ ਬਣਨਾ ਹੈ, ਕੁਝ ਕਰੋਗੇ। ਸੋ ਬੱਚੇ ਇਹ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ। ਅਸੀਂ ਸਿਰਫ ਆਪਣੇ ਲਈ ਨਹੀਂ ਜੀਣਾ, ਆਪਣੇ ਪੰਜਾਬ ਲਈ ਵੀ ਜੀਣਾ। ਅਸੀਂ ਇਹ ਦੇਖਣਾ ਕਿ ਸਿਰਫ ਮੈਂ ਆਪਣਾ ਹੀ ਨਾ ਦੇਖਾਂ, ਮੇਰਾ ਆਲਾ ਦੁਆਲਾ, ਮੇਰਾ ਪਿੰਡ ਜਿਹੜਾ ਹੈ ਉਹ ਤਰੱਕੀ ਕਿਵੇਂ ਕਰ ਸਕਦਾ ਹੈ, ਮੇਰਾ ਜ਼ਿਲ੍ਹਾ ਕਿਵੇਂ ਤਰੱਕੀ ਕਰ ਸਕਦਾ ਹੈ, ਮੇਰਾ ਸੂਬਾ ਕਿਵੇਂ ਤਰੱਕੀ ਕਰ ਸਕਦਾ ਹੈ। ਠੀਕ ਹੈ। क्वेश्चन नंबर 4, वाई इज द वर्ल्ड ब्रोकन बाय नैरो डोमेस्टिक वॉल्स। नैरो मैंने सौड़ी, भीड़ी मतलब कि छोटी सोच वाली, डोमेस्टिक मैंने घरेलू, वॉल्स मैंने कंधा, मतलब कि यह कंधा नज़र नहीं आती, मुहावरा है। अर्थात मैं ब्राह्मण हैगा, मैं शूद्र हैगा, मैं मजवी हैगा, मैं जट हैगा, मैं सैनी हैगा, मैं लोहार हैगा, बहुत सारी जातां पता। असी गरीब होंगे हाँ, असी अमीर होंगे हाँ, है ना, असी गोरे होंगे, असी काले होंगे, इदां दी बहुत सारिया जिहड़ियां वंडां ने ਉਹਦੇ ਵਿੱਚ ਦੁਨੀਆ ਜਿਹੜੀ ਵੰਡੀ ਹੋਈ ਹੈ। ਵਾਈ ਇਜ਼ ਦਾ ਵਰਲਡ ਬ੍ਰੋਕਨ ਬਾਏ ਨੈਰੋ ਡੋਮੈਸਟਿਕ ਵਾਲਸ। ਕਾਹਦੇ ਲਈ ਵੰਡਿਆ ਹੋਇਆ? ਵਟ ਕੈਨ ਵੀ ਡੂ ਅਬਾਊਟ ਇਟ। ਅਸੀਂ ਇਹਦੇ ਬਾਰੇ ਕੀ ਕਰ ਸਕਦੇ ਹਾਂ? ਵੈਸੇ ਤਾਂ ਬੱਚੋ ਗੁਰਬਾਣੀ ਇਸ ਜਗ ਮੈਂ ਚਾਨਣ, ਗੁਰੂ ਸਾਹਿਬ ਨੇ ਗੁਰਬਾਣੀ 'ਚ ਕਿਹਾ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਦੋਂ ਸਾਨੂੰ ਹਰ ਇੱਕ ਮਨੁੱਖ ਦੇ ਵਿੱਚ ਰੱਬ ਵਸਦਾ ਨਜ਼ਰ ਆਏਗਾ, ਫਿਰ ਇਹ ਜਿਹੜੀਆਂ ਨੈਰੋ ਡੋਮੈਸਟਿਕ ਵਾਲਸ ਟੱਟਣਗੀਆਂ, ਉੱਦਾਂ ਨਹੀਂ ਟੱਟ ਸਕਦੀਆਂ ਜਿੰਨਾ ਮਰਜ਼ੀ ਉਪਦੇਸ਼ ਕਰੀ ਜਾਓ। ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗੇਗਾ ਕਿ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਿਵੇਂ ਇੱਕ ਕੁਮਹਾਰ ਮਿੱਟੀ ਤੋਂ ਭਾਂਤ ਭਾਂਤ ਦੇ ਭਾਂਡੇ ਬਣਾਉਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਬੜਾ ਵੱਡਾ ਕੁਮਹਾਰ ਹੈ, ਜਿਹਨੇ ਅਸੀਂ ਤੁਸੀਂ ਸਾਨੂੰ ਭਾਂਡੇ, ਇਹ 5 ਤੱਤਾਂ ਦੇ ਪੁਤਲੇ ਬਣਾਏ ਨੇ, ਤੇ ਸਾਰੇ ਵਿੱਚ ਰੱਬ ਨੇ ਆਪਣੀ ਜੋਤ ਪਾਈਏ। ਇਸ ਕਰਕੇ ਕੋਈ ਉੱਚਾ ਨੀਵਾਂ ਨਹੀਂ ਹੋਣਾ ਚਾਹੀਦਾ। ਸੋ ਜਦੋਂ ਤੱਕ ਸਾਨੂੰ ਗੁਰੂ ਸਾਹਿਬ ਦੀ ਦੱਸੀ ਇਹ ਗੱਲ ਹਿਰਦੇ 'ਚ ਸਾਡੇ ਨਹੀਂ ਵਸ ਜਾਂਦੀ ਕਿ ਮੇਰੇ ਵਿੱਚ ਵੀ, ਬ੍ਰਾਹਮਣ ਵਿੱਚ ਵੀ, ਗਰੀਬ ਵਿੱਚ ਵੀ, ਅਮੀਰ ਵਿੱਚ ਵੀ, ਪਾਕਿਸਤਾਨੀ ਵਿੱਚ ਵੀ, ਜੋ ਸਾਰੀਆਂ ਬਣੀਆਂ ਹੋਈਆਂ ਵੰਡਾਂ ਕਿਸਮਾਂ ਬੰਦਿਆਂ ਦੀ ਬਣਾਈਆਂ ਬੰਦਿਆਂ ਨੇ, ਉਹਨਾਂ ਸਾਰਿਆਂ ਵਿੱਚ ਉਸੀ ਰੱਬ ਦੀ ਜੋਤ ਹੈ ਤੇ ਸਾਰੇ ਉਹਨਾਂ 5 ਤੱਤਾਂ ਤੋਂ ਹੀ ਬਣੇ ਨੇ। ਤਾਂ ਜਾ ਕੇ ਗੱਲ ਕਿਤੇ ਖਾਨੇ ਪਏਗੀ, ਨਹੀਂ ਤੇ ਇਹ ਖਾਲੇ ਨਹੀਂ ਬਣੀ ਗੱਲ। ਸੋ ਇਹਦਾ ਜਵਾਬ ਬੱਚਿਓ, ਦੀ ਵਰਲਡ ਇਜ਼ ਬ੍ਰੋਕਨ ਬਾਏ ਨੈਰੋ ਡੋਮੈਸਟਿਕ ਵਾਲਸ ਬਿਕੋਜ਼ ਆਫ ਕਲਰ। ਰੰਗ, ਕਣਕ ਵਿੰਨਾ, ਗੋਰਾ, ਕਾਲਾ, ਹੈ ਨਾ, ਗੁਲਾਬੀ, ਲਾਲ, ਕਈ ਸਾਰੇ ਰੰਗ ਚਮੜੀ ਦੇ, ਤੇ ਉਹਨਾਂ ਕਰਕੇ ਇੱਕ ਵੰਡੀਆਂ ਪਈਆਂ। ਕ੍ਰੀਡ ਮਤਲਬ ਮੇਰੇ ਵਿਚਾਰ ਕੀ ਨੇ, ਮੈਂ ਕਿਹਨੂੰ ਮੰਨਦਾ, ਇਹ ਗੱਲਾਂ ਦੀ ਵੰਡ ਹੈਗੀ। ਏਂਸ਼ੀਅੰਟ ਟ੍ਰੈਡੀਸ਼ਨਸ ਆਫ ਕਾਸਟਿਜ਼ਮ, ਪੁਰਾਤਨ ਜਿਹੜੇ ਰਿਵਾਜ ਨੇ ਜਾਤਾਂ ਪਾਤਾਂ ਦੇ, ਜਨਮ ਦੇ ਨਾਲ ਉੱਚੀ ਨੀਵੀਂ ਜਾਤਾਂ ਦੇ, ਉਹ। ਐਂਡ ਅ ਵਾਈਡ ਡਿਸਪੈਰਿਟੀ ਹੁੰਦੀ ਬੱਚੋ ਫਰਕ। ਵਾਈਡ ਮੈਨੇ ਚੌੜਾ ਫਰਕ ਬਿਟਵੀਨ ਦੀ ਰਿਚ ਐਂਡ ਦੀ ਪੂਅਰ। ਹੁਣ ਦੇਖੋ ਨਾ ਬੱਚੋ, ਅਡਾਨੀ ਕਿੱਥੇ ਪਹੁੰਚ ਗਿਆ। ਕਹਿੰਦੇ ਟੁੱਟਾ ਜਿਹਾ ਸਕੂਟਰ ਹੁੰਦਾ ਸੀਗਾ, ਪਰ ਸਾਡੇ ਪ੍ਰਾਈਮ ਮਿਨਿਸਟਰ ਦੀ ਇੰਨੀ ਕਿਰਪਾ ਉਹਦੇ ਤੇ, ਉਹ ਅੰਬਾਨੀ ਨੂੰ ਪਿੱਛੇ ਛੱਡ ਗਿਆ, ਦੁਨੀਆ ਦਾ 5ਵਾਂ ਸਭ ਤੋਂ ਅਮੀਰ ਬੰਦਾ। ਉਹਨੂੰ ਜ਼ਮੀਨਾਂ ਤੇ ਉਹ ਪੈਸਾ ਕਿੱਥੋਂ ਆਇਆ? ਉਹ ਦੇਸ਼ ਵਾਸੀਆਂ ਦਾ ਪੈਸਾ ਹੀ ਖਿੱਚ ਕੇ ਉਹਨੇ ਆਪਣੇ ਵੱਲੇ ਪਾਇਆ, ਉਹਨੇ ਕੋਈ ਪੈਸਾ ਪ੍ਰੋਡਿਊਸ ਨਹੀਂ ਕੀਤਾ। ਸੋ ਅਮੀਰਾਂ ਵਿੱਚ ਤੇ ਗਰੀਬਾਂ ਵਿੱਚ ਪਾੜਾ ਵਧੀ ਜਾ ਰਿਹਾ। ਸੋ ਅ ਵਾਈਡ ਡਿਸਪੈਰਿਟੀ ਬਿਟਵੀਨ ਦੀ ਰਿਚ ਐਂਡ ਪੂਅਰ। ਅਮੀਰਾਂ ਕੋਲ ਇੰਨਾ ਪੈਸਾ, ਉਹਨੂੰ ਪਤਾ ਹੀ ਨਹੀਂ ਕਿੰਨਾ ਹੈਗਾ, ਉਹਨੂੰ ਕੋਈ ਹਿਸਾਬ ਕਿਤਾਬ ਨਹੀਂ ਪਤਾ। ਤੇ ਗਰੀਬ ਵਿਚਾਰੇ ਇੰਨੇ ਗਰੀਬ ਨੇ, ਉਹਨਾਂ ਕੋਲ ਪੈਟਰੋਲ ਪਾਉਣ ਜੋਗੇ ਜਾਂ ਨਿੰਬੂ ਖਰੀਦਣ ਜੋਗੇ ਜਾਂ ਆਟਾ ਖਰੀਦਣ ਜੋਗੇ, ਤੇਲ ਖਰੀਦਣ ਜੋਗੇ ਪੈਸੇ ਵੀ ਨਹੀਂ ਹੈਗੇ। ਸੋ ਐਂਡ ਦਾ ਪੂਅਰ, ਇਹਨਾਂ ਕਰਕੇ ਜਿਹੜੀਆਂ ਨੇ ਇਹ ਵੰਡਾਂ ਬਣੀਆਂ ਹੋਈਆਂ। ਵੀ ਕੈਨ, ਹੁਣ ਅਸੀਂ ਕਰ ਕੀ ਸਕਦੇ ਹਾਂ? ਵੀ ਕੈਨ ਕੰਸਨਟਰੇਟ ਔਨ ਵਰਕਿੰਗ ਟੂਵਰਡਸ ਰਿਮੂਵਿੰਗ ਡਿਸਕ੍ਰਿਮੀਨੇਸ਼ਨ ਦਾ ਵਿਤਕਰਾ। ਸਾਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਅਸੀਂ ਉਚੇਚੇ ਤੌਰ 'ਤੇ ਉਸ ਕੰਮ ਵੱਲ ਧਿਆਨ ਦਈਏ ਜਿਹਦੇ ਨਾਲ ਵਿਤਕਰਾ ਖਤਮ ਹੋਵੇ। ਇਨ ਐਜੂਕੇਸ਼ਨ, ਵਿੱਦਿਆ ਦੇ ਖੇਤਰ ਵਿੱਚ ਇਹ ਤਾਂ ਹੈ, ਜਿਹੜਾ ਪਹਿਲਾ ਸਵਾਲ ਅਸੀਂ ਕੀਤਾ ਹੈ, ਜਦ ਤੱਕ ਸਰਕਾਰ ਸਰਕਾਰੀ ਸਕੂਲਾਂ ਦਾ ਸਟੈਂਡਰਡ ਉੱਚਾ ਨਹੀਂ ਕਰਦੀ, ਸਾਰੇ ਟੀਚਰਾਂ ਦੀ ਪ੍ਰੋਪਰ ਭਰਤੀ ਨਹੀਂ ਕਰਦੀ, ਸਾਰਿਆਂ ਨੂੰ ਬਣਦੀ ਤਨਖਾਹ ਨਹੀਂ ਦਿੰਦੀ, ਇਹ ਕੰਟਰੈਕਟ ਸਿਸਟਮ ਜਿਹੜਾ ਉਹਨੂੰ ਖਤਮ ਨਹੀਂ ਕਰਦੀ, ਤੇ ਭਰਤੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਘਪਲਾ ਨਹੀਂ ਕਰਦੀ, ਹੇਰਾਫੇਰੀ ਨਹੀਂ ਕਰਦੀ, ਤਾਂ ਜਾ ਕੇ ਗੱਲ ਹੋਏਗੀ। ਸੋ ਡਿਸਕ੍ਰਿਮੀਨੇਸ਼ਨ ਇਨ ਐਜੂਕੇਸ਼ਨ, ਜੌਬਸ, ਨੌਕਰੀ ਦੇਣ ਲੱਗੇ ਵਿਤਕਰਾ ਕਰਨਾ, ਟ੍ਰੇਡ ਐਂਡ ਬਿਜ਼ਨਸ, ਵਪਾਰ ਬਿਜ਼ਨਸ ਕਰਨ ਲੱਗੇ ਕੋਈ ਨਾ ਕੋਈ ਵਿਤਕਰਾ ਕਰਨਾ, ਜਾਂ ਕਿਸੇ ਖਾਸ ਮਜ਼ਹਬ ਦੇ ਬੰਦਿਆਂ ਨੂੰ, ਖਾਸ ਧਰਮ ਦੇ ਬੰਦਿਆਂ ਨੂੰ, ਜਾਂ ਖਾਸ ਜਾਤ ਦੇ ਬੰਦਿਆਂ ਨੂੰ ਜਾਣ ਕੇ ਇੰਸਪੈਕਟਰਾਂ ਵੱਲੋਂ, ਜਿਹੜੇ ਸਰਕਾਰੀ ਮੁਲਾਜ਼ਮ ਹੁੰਦੇ ਉਹਨਾਂ ਵੱਲੋਂ ਤੰਗ ਕਰਨਾ। ਇਹ ਚੀਜ਼ਾਂ ਨੂੰ ਜਿਹੜਾ ਵਿਤਕਰਾ ਹਟਾਇਆ ਜਾਵੇ। ਐਂਡ ਇਨਫਿਊਜ਼ਿੰਗ ਹੁੰਦਾ ਵਿੱਚ ਵਾੜਨਾ, ਮਤਲਬ ਕਿ ਖਾਨੇ 'ਚ ਪਾਉਣਾ। ਕੀ? ਦੀ ਸਾਇੰਟੀਫਿਕ, ਵਿਗਿਆਨਿਕ ਐਂਡ ਲੌਜੀਕਲ ਟੈਂਪਰਾਮੈਂਟ ਹੁੰਦਾ ਹੈ ਵਤੀਰਾ, ਸੋਚ, ਵੀ ਬਿਹੇਵੀਅਰ ਕਿੱਦਾਂ ਦਾ ਹੈ। ਅਰਥਾਤ ਅਸੀਂ ਲਕੀਰ ਦੇ ਫਕੀਰ ਨਾ ਬਣੀਏ, ਲੋਕਾਂ ਨੂੰ, ਸਟੂਡੈਂਟਸ ਨੂੰ, ਵਿਦਿਆਰਥੀਆਂ ਨੂੰ
ਇੱਕ ਵਿਗਿਆਨਿਕ ਸੋਚ ਪ੍ਰਫੁੱਲਿਤ ਕਰਨ ਲਈ ਪ੍ਰੇਰਿਆ ਜਾਵੇ ਵੀ ਹਰ ਚੀਜ਼ ਨੂੰ ਪਰਖੋ, ਸੋਚੋ, ਵਿਚਾਰੋ। ਇਹ ਚਮੜੀ ਦਾ ਰੰਗ ਕੀ ਹੁੰਦਾ ਹੈ? ਕੰਪਲੈਕਸ਼ਨ ਹੁੰਦਾ ਹੈ। ਰੱਬ ਦਾ ਬਣਾਇਆ ਸਿਸਟਮ ਹੈ। ਸਾਰਿਆਂ ਦੇ ਅੱਗੇ ਡਾਈਜੈਸਟਿਵ ਸਿਸਟਮ, ਸਰਕੂਲੇਟਰੀ ਸਿਸਟਮ, ਹਾਂਜੀ, ਤੇ ਤੁਹਾਡਾ ਸਕੈਲੇਟਲ ਸਿਸਟਮ ਹੈ, ਸਾਰਾ ਇੱਕੋ ਜਿਹਾ ਹੀ ਹੈਗਾ। ਸਾਰਿਆਂ ਨੂੰ ਸਮਝਾਇਆ ਜਾਵੇ, ਐਜੂਕੇਸ਼ਨ ਦੇ ਬਾਰੇ ਦੱਸਿਆ ਜਾਵੇ, ਵਿਤਕਰੇ ਖਤਮ ਕੀਤੇ ਜਾਣ। ਸੋ ਜਦੋਂ ਤੱਕ ਇਹ ਵਹਿਮ ਭਰਮ ਸਾਡੇ ਦੇਸ਼ ਵਿੱਚੋਂ, ਇਹ ਜੋਤਸ਼ੀ, ਇਹ ਤਾਂਤਰਿਕ, ਤੇ ਇਹ ਤੁਹਾਡੇ ਧਾਗੇ, ਤਵੀਤ, ਤੇ ਹੋਰ ਟੂਣਾ, ਜਾਦੂ, ਤੇ ਨਜ਼ਰ ਵੱਟੂ, ਤੇ ਭੈੜੀ ਨਜ਼ਰ, ਕਿੰਨੇ ਸਾਰੇ ਵਹਿਮ ਭਰਮ। ਬੰਦਾ ਹਰ ਵੇਲੇ, ਸਾਡੇ ਇੰਡੀਅਨ ਲੋਕ ਡਰਾਂ ਦੇ ਵਿੱਚ ਹੀ ਜੀ ਜਾਂਦੇ ਨੇ। ਭਵਿੱਖ ਵਿੱਚ ਕੀ ਹੋਏਗਾ? ਕੋਈ ਜੋਤਸ਼ੀ ਕੋ ਜਾ ਰਿਹਾ, ਕੋਈ ਹੱਥ ਦਿਖਾ ਰਿਹਾ, ਕੋਈ ਪੁੱਛਾਂ ਦੇ ਰਿਹਾ। ਮਤਲਬ ਕਿ ਅਜੀਬੋ ਗਰੀਬ ਜਿਹਾ ਸਿਸਟਮ ਹੈ। ਕਈ ਵਾਰ ਤਾਂ ਇੱਦਾਂ ਲੱਗਦਾ ਹੀ ਨਹੀਂ ਕਿ ਅਸੀਂ 21ਵੀਂ ਸਦੀ ਵਿੱਚ ਜੀਂਦੇ ਪਏ। ਇੱਦਾਂ ਲੱਗਦਾ ਵੀ ਜਿਵੇਂ ਕਿਤੇ 14ਵੀਂ 15ਵੀਂ ਸਦੀ ਵਿੱਚ ਜੀਂਦੇ ਪਏ, ਜਦੋਂ ਕੁਛ ਐਜੂਕੇਸ਼ਨ ਹੀ ਨਹੀਂ ਸੀਗੀ। ਸੋ ਅੱਜ ਪੜ੍ਹ ਲਿਖ ਕੇ ਵੀ ਸਾਡੇ ਬੰਦੇ ਪੜ੍ਹੇ ਲਿਖੇ ਇੱਦਾਂ ਦੇ ਕੰਮ ਕਰਦੇ ਨੇ। ਸੋ ਜਦੋਂ ਤੱਕ ਬੱਚਿਓ ਇਹਨਾਂ ਪਾਸੋਂ ਅਸੀਂ ਆਪਣੇ ਆਪ ਨੂੰ ਨਹੀਂ ਹਟਾਵਾਂਗੇ, ਸਾਡੇ ਵਿੱਚ ਬਦਲਾਅ ਨਹੀਂ ਆਏਗਾ, ਤੇ ਜਿਹੜੀਆਂ ਵੰਡਾਂ ਬਣੀਆਂ ਹੋਈਆਂ ਨੇ ਇਹ ਦੂਰ ਨਹੀਂ ਹੋਣਗੀਆਂ। ਠੀਕ ਹੈ, ਆਓ ਆਖਰੀ ਸਵਾਲ ਕਰੀਏ। What does the poet desire for his country? ਅਰਥਾਤ ਜਿਹੜਾ ਕਵੀ ਹੈ ਉਹ ਆਪਣੇ ਦੇਸ਼ ਲਈ ਕਿਸ ਗੱਲ ਦੀ ਇੱਛਾ ਰੱਖਦਾ ਹੈ? ਡਿਜ਼ਾਇਰ ਮੈਨੇ ਇੱਛਾ ਕਰਨੀ। ਸੋ ਜਵਾਬ ਹੈ ਦੀ ਪੋਇਟ ਡਿਜ਼ਾਇਰਸ। ਇਹ ਡਜ਼ ਹੈਗਾ ਨਾ, ਸੋ ਇਸ ਕਰਕੇ ਡਿਜ਼ਾਇਰ ਦਾ ਬਣ ਜਾਏਗਾ ਡਿਜ਼ਾਇਰਸ। ਠੀਕ ਹੈ, ਡਜ਼ ਤਾਂ ਹੁੰਦਾ ਜਦੋਂ ਇੱਕ ਵਚਨ ਦੀ ਗੱਲ ਹੋਵੇ, ਪੋਇਟ ਦੀ ਗੱਲ ਹੈਗੀ ਇੱਕ ਦੀ। ਸੋ ਡਜ਼ ਆਇਆ, ਸੋ ਜਵਾਬ ਵਿੱਚ ਡਜ਼ ਹਟ ਕੇ ਡਿਜ਼ਾਇਰ ਦਾ ਡਿਜ਼ਾਇਰਸ ਬਣ ਜਾਏਗਾ। ਦੀ ਪੋਇਟ ਡਿਜ਼ਾਇਰਸ ਦੀ ਅਵੇਕਨਿੰਗ ਫਰੀडम। ਫਰੀडम ਮੈਨੇ ਆਜ਼ਾਦੀ, ਅਵੇਕਨਿੰਗ ਮੈਨੇ ਜਾਗ੍ਰਿਤੀ ਲਿਆਉਣ ਵਾਲੀ। ਉਹ ਜਾਗ੍ਰਿਤੀ ਲਿਆਉਣ ਵਾਲੀ ਆਜ਼ਾਦੀ ਦੀ ਇੱਛਾ ਕਰਦਾ ਹੈ ਫॉर ਹਿਜ਼ ਕੰਟਰੀ। ਤੇ ਉਹ ਆਜ਼ਾਦੀ ਵਾਲੀ ਜਿਹੜੀ ਜਾਗ੍ਰਿਤੀ ਲਿਆਉਣ ਵਾਲੀ ਆਜ਼ਾਦੀ ਹੋਏਗੀ, ਉਹ ਕੀ ਕਰੇਗੀ? ਦੈਟ ਉਹ ਡਰਾਈਵ ਅਵੇ, ਡਰਾਈਵ ਅਵੇ ਨੇ ਧੱਕੇ ਬਾਹਰ ਮਾਰੇਗੀ, ਸੁੱਟ ਦੇਗੀ। ਕਿਹਨੂੰ? ਆਲ ਫੀਅਰ, ਸਾਰੇ ਡਰਾਂ ਨੂੰ। ਮੈਨ ਮੇਡ ਡਿਵੀਜ਼ਨਸ, ਮਨੁੱਖ ਦੀ ਬਣਾਈਆਂ ਹੋਈਆਂ ਵੰਡਾਂ ਨੂੰ, ਜਾਤ ਪਾਤ ਨੂੰ। ਸੁਪਰਸਟੀਸ਼ਨ, ਵਹਿਮਾਂ ਭਰਮਾਂ ਨੂੰ, ਇਹ ਧਾਗੇ ਤਵੀਤਾਂ ਨੂੰ, ਭੈੜੀ ਨਜ਼ਰ ਨੂੰ, ਜਾਦੂ ਟੂਣੇ ਨੂੰ, ਤੰਤਰ ਮੰਤਰ ਨੂੰ, ਇਹਨਾਂ ਨੂੰ। ਡਿਸਕ੍ਰਿਮੀਨੇਸ਼ਨ, ਵਿਤਕਰੇ ਨੂੰ, ਐਂਡ ਇਨਐਕਟੀਵਿਟੀ, ਅਤੇ ਆਲਸ ਨੂੰ। ਇਹਨਾਂ ਨੂੰ ਬਾਹਰ ਭਜਾ ਦੇਗੀ ਇਹ ਵਾਲੀ ਜਾਗ੍ਰਿਤੀ। ਤੇ ਕੀ ਲੈ ਕੇ ਆਏਗੀ? ਐਂਡ ਬ੍ਰਿੰਗ ਇਕੁਐਲਿਟੀ, ਬਰਾਬਰਤਾ, ਐਕਸ਼ਨ, ਉਦਮ, ਡਿਜ਼ਾਇਰ ਟੂ ਮੂਵ ਫਾਰਵਰਡ, ਅੱਗੇ ਵਧਣ ਦੀ ਚਾਹ, ਰੀਜ਼ਨ, ਵਿਵੇਕ ਬੁੱਧੀ, ਵਿਚਾਰਸ਼ੀਲਤਾ, ਟਰੁੱਥ, ਸੱਚਾਈ, ਐਂਡ ਸੈਲਫ ਰਿਸਪੈਕਟ, ਅਤੇ ਸਵੈ ਮਾਣ। ਅਰਥਾਤ ਇਹ ਚੀਜ਼ਾਂ ਭੱਜ ਜਾਣ ਤੇ ਇਹ ਜਿਹੜੀ ਬਾਅਦ ਚੋਂ ਚੀਜ਼ਾਂ ਦੱਸੀਆਂ ਇਹ ਸਾਡੇ ਵਿੱਚ ਆ ਜਾਣ। ਸੋ ਜਿਹੜਾ ਪੋਇਟ ਹੈਗਾ ਇਸ ਗੱਲ ਦੀ ਇੱਛਾ ਕਰਦਾ ਹੈ ਕਿ ਸਾਡੇ ਦੇਸ਼ ਵਿੱਚੋਂ ਜਿਹੜੀ ਗੁਰਬਤ ਹੈਗੀ ਹੈ, ਅਗਿਆਨਤਾ ਹੈਗੀ ਹੈ, ਭਰਮ ਹੈਗੇ ਨੇ, ਹਨੇਰਾ ਹੈਗਾ, ਇਹ ਭੱਜ ਜਾਏ ਤੇ ਸੱਚਾਈ, ਸਵੈ ਮਾਣ, ਤਰੱਕੀ ਪਸੰਦ, ਬਰਾਬਰਤਾ, ਉਦਮ, ਤੇ ਜਿਹੜਾ ਮਤਲਬ ਕਿ ਬਰਾਬਰੀ, ਇਹ ਜਿਹੜੀ ਚੀਜ਼ਾਂ ਨੇ ਇਹ ਸਾਡੇ ਵਿੱਚ ਆ। ਸੋ ਇਹ ਸੀ ਬੱਚਿਓ ਤੁਹਾਡੀ ਇਸ ਕਵਿਤਾ ਦੇ 5 ਕੁਐਸਚਨਸ ਐਂਡ ਆਨਸਰਸ। ਸੋ ਤੁਹਾਡੇ ਪੇਪਰ ਬੋਰਡ ਦੇ ਆਉਣ ਵਾਲੇ ਨੇ। ਸੋ ਮੇਰੀਆਂ ਸ਼ੁਭ ਕਾਮਨਾਵਾਂ ਨੇ ਤੁਹਾਡੇ ਲਈ, ਤੇ ਤੁਸੀਂ ਡਟ ਕੇ ਮਿਹਨਤ ਕਰੋ, ਰੱਜ ਕੇ ਪੜ੍ਹਾਈ ਕਰੋ, ਤੇ ਖੂਬ ਤਰੱਕੀਆਂ ਮਾਣੋ। ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।